ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਸਿਮਰਨ ਕਰ ਰਹੇ ਸੀ, ਇਸੇ ਤਰੀਕੇ ਨਾਲ ਆਪਣੀ ਆਵਾਜ਼ ਨੂੰ ਸੁਣਦਿਆਂ ਸੁਣਦਿਆਂ ਹੌਲੀ ਹੌਲੀ ਸਹਿਜ ਵਿੱਚ ਚਲੇ ਜਾਣਾ ਹੁੰਦਾ। ਇੰਨਾ ਸਹਿਜ ਵਿੱਚ ਕਿ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਸ ਸਰੀਰ ਤੋਂ ਮਨ ਉੱਪਰ ਉੱਠ ਜੇ। ਅਤੇ ਜਦੋਂ ਇਸ ਸਰੀਰ ਦਾ ਨਹੀਂ ਪਤਾ ਲੱਗਦਾ, ਉਸ ਵਕਤ ਸਾਡਾ ਮਨ ਸੁਣਨ ਦੇ ਵਿੱਚ ਹੁੰਦਾ। ਅਤੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਫਿਰ ਆਪ ਇੱਦਾਂ ਸਿਮਰਨ ਕਰਦੇ ਆ, ਇਹ ਰੋਜ਼ ਕਰਨਾ, ਨਿੱਤ ਕਰਨਾ। ਹਰਿ ਕਾ ਨਾਮ ਹਿਰਦੈ ਨਿੱਤ ਧਿਆਈ। ਫਿਰ ਕਹਿੰਦੇ ਕਿ ਜਦੋਂ ਤੁਸੀਂ ਇੱਦਾਂ ਪ੍ਰਮਾਤਮਾ ਦਾ ਨਾਮ ਜਪਦੇ ਆ, ਆਪ ਵੀ ਤਰ ਜਾਂਦੇ ਆ ਅਤੇ ਜਿਹੜੇ ਤੁਹਾਡੇ ਸੰਗੀ ਸਾਥੀ ਉਹਨਾਂ ਨੂੰ ਵੀ ਤਾਰ ਲੈਂਦੇ ਆ। ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾਉਂਦੇ ਆ, ਹਰਿ ਕਾ ਨਾਮ ਹਿਰਦੈ ਨਿੱਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਇਸ ਤਰੀਕੇ ਨਾਲ ਅਸੀਂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਉਸ ਆਵਾਜ਼ ਤੱਕ ਪਹੁੰਚਣਾ ਹੁੰਦਾ ਹੈ ਜਿੱਥੋਂ ਸਾਡੀ ਲਿਵ ਟੁੱਟੀ, ਜਿਸ ਨੂੰ ਗੁਰਬਾਣੀ 'ਚ ਨਾਮ ਕਿਹਾ ਹੈ। ਜਦੋਂ ਅਸੀਂ ਗੁਰਮੰਤਰ ਦਾ ਜਾਪ ਕਰਦੇ, ਇਹਨੂੰ ਕਹਿੰਦੇ ਨਾਮ ਜਪਣਾ, ਜੋ ਗੁਰੂ ਤੋਂ ਸਾਨੂੰ ਮੰਤਰ ਮਿਲਿਆ ਹੈ, ਜੋ ਆਪਾਂ ਵਾਹਿਗੁਰੂ ਜਾਪ ਕਰਦੇ ਹਾਂ। ਜਾਪ ਕਰਦਿਆਂ ਕਰਦਿਆਂ ਅਸੀਂ ਉਸ ਨਾਮ ਤੱਕ ਪਹੁੰਚਣਾ ਜਿਸ ਨਾਮ ਨਾਲੋਂ ਸਾਡੀ ਲਿਵ ਟੁੱਟੀ, ਜਿਸ ਨੂੰ ਗੁਰਬਾਣੀ ਦੇ ਵਿੱਚ ਸਹਿਜ ਧੁਨ, ਅਨਹਦ ਬਾਣੀ, ਤੂਰ, ਨਾਦ ਕਿਹਾ ਗਿਆ ਹੈ। ਜਦੋਂ ਅਸੀਂ ਸੰਸਾਰ ਵਿੱਚ ਆਉਂਦੇ ਹਾਂ, ਸਾਡੀ ਨਾਮ ਨਾਲੋਂ ਲਿਵ ਟੁੱਟ ਜਾਂਦੀ ਹੈ। ਅਤੇ ਜਦੋਂ ਨਾਮ ਨਾਲ ਲਿਵ ਟੁੱਟਦੀ ਹੈ, ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਿ ਜਦੋਂ ਸਾਡੀ ਨਾਮ ਨਾਲੋਂ ਲਿਵ ਟੁੱਟ ਜਾਂਦੀ ਹੈ ਅਤੇ ਮਾਇਆ ਦਾ ਪ੍ਰਭਾਵ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਹੁੰਦੇ ਹਾਂ, ਉਸ ਵਕਤ ਪਰਮਾਤਮਾ ਸਾਡੀ ਰੱਖਿਆ ਕਰਦੇ ਆ, ਆਪਣਾ ਸਿਮਰਨ ਦੇ ਕੇ। ਸਾਡੀ ਅਨਹਦ ਸ਼ਬਦ ਨਾਮ ਨਾਲ ਲਿਵ ਜੁੜੀ ਹੁੰਦੀ ਹੈ। ਅਤੇ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਕਹਿੰਦੇ ਮਾਤਾ ਦੇ ਗਰਭ ਵਿੱਚ ਪਰਮਾਤਮਾ ਆਪਣਾ ਸਿਮਰਨ ਦੇ ਕੇ ਸਾਡੀ ਰੱਖਿਆ ਕਰਦਾ ਹੈ, ਕਿ ਸਾਡੀ ਉਸ ਨਾਮ ਨਾਲ, ਅਨਹਦ ਸ਼ਬਦ ਨਾਲ ਲਿਵ ਜੁੜੀ ਹੁੰਦੀ ਹੈ। ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ, ਸੁਣ ਕੇ ਜਮ ਕੇ ਦੂਤ ਨਾਏ। ਉਹ ਨਾਮ ਜਿਹਨੂੰ ਸੁਣ ਕੇ ਜਮਦੂਤ ਵੀ ਦੂਰ ਚਲੇ ਜਾਂਦੇ ਆ। ਅਤੇ ਜਿੱਥੇ ਸਾਡੀ ਕੋਈ ਰੱਖਿਆ ਨਹੀਂ ਕਰ ਸਕਦਾ, ਉੱਥੇ ਪਰਮਾਤਮਾ ਦਾ ਨਾਮ ਰੱਖਿਆ ਕਰਦਾ ਹੈ। ਜਿਸ ਨੂੰ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੀਂ, ਉੱਥੇ ਤੇਰੀ ਰੱਖ। ਫਿਰ ਕਿੱਥੇ ਮਹਾਰਾਜ ਦੱਸਦੇ, ਕਹਿੰਦੇ ਅਗਨੀ ਉਦਰ ਮਾਹੀ। ਮਾਤਾ ਦੇ ਗਰਭ ਦੀ ਅਗਨ ਦੇ ਵਿੱਚ ਪਰਮਾਤਮਾ ਸਾਡੀ ਰੱਖਿਆ ਕਰਦੇ ਆ ਨਾਮ ਦੁਆਰਾ। ਸਾਡੇ ਰੱਖਿਆ ਚੱਕਰ ਬਣਿਆ ਹੁੰਦਾ ਹੈ, ਸਾਡੀ ਲਿਵ ਜੁੜੀ ਹੁੰਦੀ ਹੈ। ਫਿਰ ਜਦੋਂ ਆਪਦੇ ਨਾਮ ਨਾਲੋਂ ਥੋੜ੍ਹੀ ਲਿਵ ਤੋੜਦੇ ਆ, ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ। ਮਾਤਾ ਦੇ ਗਰਭ ਵਿੱਚ ਜਦੋਂ ਨਾਮ ਨਾਲੋਂ ਥੋੜ੍ਹੀ ਜਿਹੀ ਲਿਵ ਤੋੜਦੇ ਆ ਤਾਂ ਬੱਚਾ ਹਰਕਤ ਕਰਦਾ। ਫਿਰ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਕਿ ਜਿਵੇਂ ਮਾਤਾ ਦੇ ਗਰਭ ਦੀ ਅਗਨ ਆ, ਜਦੋਂ ਨਾਮ ਨਾਲ ਲਿਵ ਜੁੜੀ ਹੁੰਦੀ ਆ, ਉਹ ਅਗਨ ਸਾਨੂੰ ਪਾਉਂਦੀ ਨਹੀਂ, ਕਿਉਂਕਿ ਸਾਡਾ ਰੱਖਿਆ ਚੱਕਰ ਬਣਿਆ ਹੁੰਦਾ। ਅਤੇ ਜਿਉਂ ਹੀ ਮਹਾਰਾਜ ਨਾਮ ਨਾਲੋਂ ਲਿਵ ਮਾੜੀ ਜੀ ਸਾਡੀ ਤੋੜਦੇ ਆ, ਬੱਚਾ ਆ ਮਾਤਾ ਦੇ ਗਰਭ ਵਿੱਚ ਹਰਕਤ ਦੇ ਵਿੱਚ ਆਉਂਦਾ। ਇੱਦਾਂ ਹੀ ਗੁਰਬਾਣੀ ਵਿੱਚ ਸਮਝਾਇਆ, ਕਹਿੰਦੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਕਹਿੰਦੇ ਜਿਵੇਂ ਮਾਤਾ ਦੇ ਗਰਭ ਦੀ ਅਗਨ ਆ, ਇਵੇਂ ਹੀ ਬਾਹਰ ਮਾਇਆ ਦੇ ਗਰਭ ਦੀ ਅਗਨ। ਇਹਨੂੰ ਗਰਭ ਕਿਹਾ ਜਿਹਦੇ ਵਿੱਚ ਅਸੀਂ ਮਾਇਆ ਦੇ ਦੇਸ਼ ਵਿੱਚ ਆਏ ਹਾਂ। ਫਿਰ ਆਂਦੇ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਕਹਿੰਦੇ ਪਰਮਾਤਮਾ ਨੇ ਇੱਕ ਖੇਲ ਬਣਾਇਆ ਹੈ। ਜਿਵੇਂ ਕਹਿੰਦੇ ਮਾਤਾ ਦੇ ਗਰਭ ਦੀ ਅਗਨ ਆ, ਇੱਦਾਂ ਹੀ ਬਾਹਰ ਸੰਸਾਰ ਦੀ ਅਗਨ ਆ, ਜਿਸ ਸੰਸਾਰ ਵਿੱਚ ਅਸੀਂ ਆਏ ਹੋਏ ਹਾਂ। ਅਤੇ ਉੱਥੇ ਨਾਮ ਨਾਲ ਲਿਵ ਜੁੜੀ ਸੀ, ਮਨ ਸ਼ਾਂਤ ਸੀ। ਜਦੋਂ ਨਾਮ ਨਾਲ ਲਿਵ ਟੁੱਟ ਗਈ, ਅਸੀਂ ਸੰਸਾਰ ਵਿੱਚ ਆ ਗਏ ਅਤੇ ਇੱਥੇ ਮਾਇਆ ਨੇ ਆਪਦਾ ਪ੍ਰਭਾਵ ਪਾ ਲਿਆ। ਤ੍ਰਿਸ਼ਨਾ ਲੱਗ ਗਈ। ਤ੍ਰਿਸ਼ਨਾ ਨੂੰ ਗੁਰਬਾਣੀ ਦੇ ਵਿੱਚ ਰੋਗ ਕਿਹਾ ਆ।
ਜਿਹਨੂੰ ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਕਿ ਜਦੋਂ ਸਾਡੀ ਲਿਵ ਛੁੱਟੀ ਨਾਮ ਨਾਲੋਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਿ ਤ੍ਰਿਸ਼ਨਾ ਦੇ ਵਿੱਚ ਸਾਡਾ ਮਨ ਪੈ ਗਿਆ। ਅਤੇ ਫਿਰ ਮਹਾਰਾਜ ਕਹਿੰਦੇ ਤ੍ਰਿਸ਼ਨਾ ਇੱਕ ਰੋਗ ਆ, ਜਿਵੇਂ ਹਉਮੈ ਦਾ ਰੋਗ ਆ ਗੁਰਬਾਣੀ ਵਿੱਚ, ਇਵੇਂ ਤ੍ਰਿਸ਼ਨਾ ਦਾ ਰੋਗ ਦੱਸਿਆ ਆ। ਕਿ ਇਹ ਤ੍ਰਿਸ਼ਨਾ ਦਾ ਜਦੋਂ ਰੋਗ ਲੱਗ ਜਾਂਦਾ, ਤ੍ਰਿਸ਼ਨਾ ਦਾ, ਅਸੀਂ ਮਰਨ ਨੂੰ ਮਨੋਂ ਵਿਸਾਰ ਦਿੰਦੇ ਹਾਂ, ਭੁੱਲ ਜਾਂਦੇ ਹਾਂ ਕਿ ਅਸੀਂ ਸੰਸਾਰ ਵਿੱਚੋਂ ਜਾਣਾ ਵੀ ਹੈ। ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚ ਰੋਗ ਦਾ ਵੀ ਭੇਦ ਦਿੰਦੇ ਆ ਅਤੇ ਦਾਰੂ ਦਾ ਵੀ ਭੇਦ ਦਿੰਦੇ। ਜੇ ਗੁਰੂ ਸਾਹਿਬ ਦੱਸਦੇ ਆ ਕਿ ਹਉਮੈ ਵੱਡਾ ਰੋਗ ਲੱਗਾ ਹੋਇਆ ਤੁਹਾਨੂੰ, ਅਤੇ ਹਉਮੈ ਦਾ ਫਿਰ ਦਾਰੂ ਦੱਸਦੇ ਆ। ਇੱਦਾਂ ਹੀ ਫਿਰ ਜਦੋਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਤ੍ਰਿਸ਼ਨਾ ਬਾਰੇ, ਗੁਰੂ ਸਾਹਿਬ ਫਿਰ ਦੱਸਦੇ ਆ ਕਿ ਤ੍ਰਿਸ਼ਨਾ ਦਾ ਵੀ ਤੁਹਾਨੂੰ ਰੋਗ ਲੱਗਾ ਹੈ, ਜਿਉਂ ਹੀ ਤੁਸੀਂ ਸੰਸਾਰ ਵਿੱਚ ਆਏ ਹੋ। ਹੁਣ ਗੁਰਬਾਣੀ ਜਦੋਂ ਪੜ੍ਹਨੀ ਤਾਂ ਮਹਾਰਾਜ ਕਹਿੰਦੇ ਰੋਗ ਵੀ ਅਸੀਂ ਦੇਖਣਾ ਹੈ ਕਿਹੜਾ ਸਾਨੂੰ ਲੱਗਾ ਹੈ, ਅਤੇ ਉਹਦਾ ਦਾਰੂ ਵੀ ਬੁੱਝਣਾ ਹੈ। ਰੋਗ ਵੀ ਦੱਸਿਆ ਗੁਰਬਾਣੀ ਦੇ ਵਿੱਚ, ਅਤੇ ਉਸ ਰੋਗ ਨੂੰ ਕਿਵੇਂ ਦੂਰ ਕਰਨਾ, ਦਾਰੂ ਵੀ ਦੱਸਿਆ। ਅਤੇ ਗੁਰੂ ਸਾਹਿਬ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਕਹਿੰਦੇ ਕਿ ਪਾਰਖੂ ਹੋਇਆ ਜਿਹੜਾ ਆਪਦੀ ਪਰਖ ਕਰਦਾ, ਆਪਣੇ ਅੰਦਰ ਝਾਤੀ ਮਾਰਦਾ ਕਿ ਕਿਹੜਾ ਮੈਨੂੰ ਰੋਗ ਲੱਗਾ ਆ, ਇਸ ਰੋਗ ਨੂੰ ਕਿਵੇਂ ਦੂਰ ਕਰਨਾ। ਹੁਣ ਜਦੋਂ ਅਸੀਂ ਸੰਸਾਰ ਵਿੱਚ ਦੇਖਦੇ ਹਾਂ, ਆਪਾਂ ਸਾਰੇ ਸੰਸਾਰ 'ਚ ਵਿਚਰਦੇ ਹਾਂ, ਅਸੀਂ ਦੂਜਿਆਂ ਦੀ ਪਰਖ ਜ਼ਿਆਦਾ ਕਰ ਰਹੇ ਹਾਂ ਕਿ ਦੂਜਿਆਂ ਦੇ ਔਗਣ ਜ਼ਿਆਦਾ ਦੇਖਦੇ ਹਾਂ, ਲੇਕਿਨ ਜਦੋਂ ਅਸੀਂ ਆਪਣੇ ਅੰਦਰ ਦੇਖਦੇ ਹਾਂ, ਆਪਣੇ ਆਪ ਨੂੰ ਚੰਗਾ ਸਮਝਦੇ ਹਾਂ, ਤਾਂ ਸਾਨੂੰ ਦੂਜਿਆਂ ਦੇ ਔਗਣ ਦਿਸਦੇ ਆ। ਅਤੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਆਪਣੀ ਪਰਖ ਕਰੋ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਕਹਿੰਦੇ ਕਿ ਜਿਹੜਾ ਆਪਣੇ ਆਪ ਦੀ ਪਰਖ ਕਰਦਾ ਹੈ ਉਹ ਅਸਲੀ ਪਾਰਖੂ ਹੈ। ਉਹ ਫਿਰ ਕੀ ਕਹਿੰਦੇ ਕਿ ਅਸਲੀ ਵੈਦ ਕਿਹੜਾ ਆ, ਜਿਹੜਾ ਰੋਗ ਦੀ ਵੀ ਪਹਿਚਾਣ ਕਰ ਲੈਂਦਾ, ਅਤੇ ਇਸ ਰੋਗ ਦਾ ਦਾਰੂ ਕਿਹੜਾ ਆ, ਉਸ ਦੀ ਵੀ ਪਹਿਚਾਣ ਕਰ ਲੈਂਦਾ ਕਿ ਰੋਗ ਦੀ ਦਵਾਈ ਕੀ ਆ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਆ ਕਿ ਇਹ ਤ੍ਰਿਸ਼ਨਾ ਦਾ ਜਿਹੜਾ ਵੱਡਾ ਰੋਗ ਲੱਗਾ ਹੋਇਆ ਸਾਡੇ ਮਨ ਨੂੰ, ਜਦੋਂ ਅਸੀਂ ਸੰਸਾਰ ਵਿੱਚ ਕਰਮ ਕਰਦੇ ਹਾਂ, ਸਾਡਾ ਮਨ ਰਜੋਗੁਣ 'ਤੇ ਆਉਂਦਾ। ਜੋ ਆਪਾਂ ਗੁਰਬਾਣੀ ਰਾਹੀਂ ਵਿਚਾਰ ਕਰਦੇ ਹਾਂ ਕਿ ਸਾਰਾ ਸੰਸਾਰ ਤ੍ਰੈ ਗੁਣਾਂ ਦੇ ਵਿੱਚ ਵਿਚਰ ਰਿਹਾ ਆ, ਸਾਰੇ ਤ੍ਰੈ ਗੁਣਾਂ ਵਿੱਚ ਸੁੱਤੇ ਆ। ਤ੍ਰੈ ਗੁਣ ਕੀ ਹੈ? ਰਜ ਗੁਣ, ਤਮ ਗੁਣ, ਸਤ ਗੁਣ। ਇਹਨਾਂ ਨੂੰ ਗੁਰਬਾਣੀ 'ਚ ਤ੍ਰੈ ਗੁਣ ਕਿਹਾ ਹੈ, ਇਹਨਾਂ ਨੂੰ ਮਾਇਆ ਕਿਹਾ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਹੁਣ ਜਦੋਂ ਅਸੀਂ ਸਾਰੇ ਰਜੋਗੁਣ 'ਤੇ ਆਉਣੇ ਆ, ਇੱਥੋਂ ਅਰਥਚਾਰਾ ਕਹਿੰਦੇ ਕਿ ਤਨ ਨੂੰ ਪਾਲਣ ਵਾਸਤੇ ਕੋਈ ਵੀ ਅਸੀਂ ਕਰਮ ਕਰਦੇ ਹਾਂ, ਜਿਸ ਦੀ ਬਦੌਲਤ ਸਾਨੂੰ ਖੁਰਾਕ ਮਿਲਦੀ ਇਸ ਤਨ ਦੀ। ਹੁਣ ਜਦੋਂ ਸਾਡਾ ਮਨ ਰਜੋਗੁਣ 'ਤੇ ਆਉਂਦਾ, ਅਰਥਚਾਰਾ ਲੈਣ ਇੱਥੇ ਆਸ਼ਾ, ਅਭਿਲਾਸ਼ਾ ਅਤੇ ਤ੍ਰਿਸ਼ਨਾ ਹੈ। ਹੁਣ ਜਿਹੜਾ ਮਨ ਤ੍ਰਿਸ਼ਨਾ ਦੇ ਵਿੱਚ ਪੈ ਜਾਂਦਾ, ਉਹ ਫਿਰ ਰੋਗੀ ਬਣ ਜਾਂਦਾ। ਹੁਣ ਤ੍ਰਿਸ਼ਨਾ ਦੀ ਫਿਰ ਦੱਸੀਏ ਕਿ ਤ੍ਰਿਸ਼ਨਾ ਹੈ ਕੀ ਹੈ। ਜਿਹੜਾ ਆਪਾਂ ਕਹਿ ਦਿੰਦੇ ਕਿ ਤ੍ਰਿਸ਼ਨਾ ਆ, ਹੁਣ ਕਿਉਂਕਿ ਅਸੀਂ ਸੰਸਾਰ 'ਚ ਤਾਂ ਕਰਮ ਕਰਨਾ ਹੈ, ਕਰਮ ਕਰਦਿਆਂ ਹੋਇਆਂ ਜੋ ਵੀ ਅਸੀਂ ਕਰਮ ਕਰਦੇ ਹਾਂ ਉਹਦਾ ਸਾਨੂੰ ਫਲ ਮਿਲਦਾ, ਇਸ ਤਰ੍ਹਾਂ ਦੀ ਅਸੀਂ ਖੁਰਾਕ ਲੈਂਦੇ ਹਾਂ, ਉਹਦੇ ਵਿੱਚ ਸਾਨੂੰ ਸੰਤੋਖ ਹੁੰਦਾ। ਅਤੇ ਜਦੋਂ ਸੰਤੋਖ ਤੋਂ ਬਾਹਰ ਹੋ ਜਾਂਦਾ ਮਨ, ਉਹਨੂੰ ਤ੍ਰਿਸ਼ਨਾ ਕਿਹਾ ਆ। ਅਤੇ ਇਹ ਤ੍ਰਿਸ਼ਨਾ ਸੰਸਾਰ 'ਚ ਮਹਾਰਾਜ ਕਹਿੰਦੇ ਵਿਰਲੇ ਦੀ ਬੁੱਝਦੀ। ਕੋਈ ਵਿਰਲਾ ਆ ਸੰਸਾਰ ਵਿੱਚ ਜਿਹਦੀ ਤ੍ਰਿਸ਼ਨਾ ਬੁੱਝੀ ਹੋਈ। ਹੁਣ ਤ੍ਰਿਸ਼ਨਾ ਹੈ ਕੀ? ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਰਹਾਓ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ। ਕਹਿੰਦੇ ਹੁਣ 1000 ਰੁਪਈਆ, 1000 ਤੋਂ ਗਾਂ ਫਿਰ ਲੱਖਾਂ 'ਚ ਆਉਂਦਾ ਹੈ, ਲੱਖਾਂ ਤੋਂ ਗਾਂ ਫਿਰ ਕਰੋੜਾਂ ਵੱਲ ਹੋ ਜਾਂਦਾ, ਅਤੇ ਮਨ ਟਿਕਦਾ ਨਹੀਂ। ਕੀ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੂਜੀ ਹੈ। ਕਿ ਹੋਰ ਆ ਜੇ। ਜਦੋਂ ਮਨ ਇਸ ਅਵਸਥਾ 'ਚ ਚਲਾ ਜਾਂਦਾ, ਸੰਤੋਖ ਨਹੀਂ ਇਹਨੂੰ ਆਉਂਦਾ, ਇਹਨੂੰ ਕਹਿੰਦੇ ਤ੍ਰਿਸ਼ਨਾ।
ਜਦੋਂ ਆਪਾਂ ਗੁਰਬਾਣੀ ਪੜ੍ਹਦੇ ਮਹਾਰਾਜ ਸਾਨੂੰ ਸੱਚੇ ਪਾਤਸ਼ਾਹ ਸਾਰਾ ਬ੍ਰਹਮ ਦਾ ਗਿਆਨ ਦਿੰਦੇ ਆ। ਅਤੇ ਮਹਾਰਾਜ ਕਹਿੰਦੇ ਆ ਇਹ ਤ੍ਰਿਸ਼ਨਾ ਵਿਰਲੇ ਦੀ ਬੁੱਝਦੀ ਆ। ਅਤੇ ਜਿਹੜਾ ਮਨ ਇਹ ਤ੍ਰਿਸ਼ਨਾ ਦੇ ਵਿੱਚ ਆ ਜਾਂਦਾ ਆ ਉਹ ਕੀ ਕਰਦਾ ਆ, ਜੇ ਉਹਦੇ ਕੋਲ ਹਜ਼ਾਰਾਂ 'ਚ ਗੁਜ਼ਾਰਾ ਆ ਪਰ ਉਹ ਹਜ਼ਾਰਾਂ 'ਚ ਕਰਨਾ ਨਹੀਂ ਚਾਹੁੰਦਾ, ਲੱਖਾਂ ਚਾਹੁੰਦਾ। ਜੇ ਲੱਖਾਂ 'ਚ ਗੁਜ਼ਾਰਾ ਹੁੰਦਾ ਫਿਰ ਉਹ ਮਨ ਅੱਗੇ ਭੱਜਦਾ ਕਿ ਕਰੋੜ ਆ ਜੇ। ਇਹਨੂੰ ਕਹਿੰਦੇ ਤ੍ਰਿਸ਼ਨਾ। ਅਤੇ ਫਿਰ ਮਹਾਰਾਜ ਕਹਿੰਦੇ ਸੁੰਦਰ ਨਾਰੀ ਅਨੇਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ। ਹੁਣ ਆਪਣੇ ਘਰ ਸੁੰਦਰ ਨਾਰੀ ਏ ਪਰ ਧਿਆਨ ਦੂਜੇ ਵੱਲ ਫਿਰ ਹੁੰਦਾ। ਮਹਾਰਾਜ ਕਹਿੰਦੇ ਨਿਕਟ ਨਾ ਦੇਖੇ ਪਰ ਗ੍ਰਹਿ ਜਾਏ। ਜਿਵੇਂ ਅਸੀਂ ਪ੍ਰਮਾਤਮਾ ਨੂੰ ਨੇੜੇ ਨਹੀਂ ਦੇਖਦੇ, ਦੂਜੇ ਦੇ ਘਰ ਨੂੰ ਦੇਖਦੇ, ਇੱਦਾਂ ਹੀ ਮਹਾਰਾਜ ਨੇ ਜੇ ਨਾਰੀ ਬਖਸ਼ ਦਿੱਤੀ ਸੁੰਦਰ, ਅਤੇ ਮਨ ਦੀ ਕੀ ਇੱਛਾ ਹੁੰਦੀ ਹੈ, ਦੂਜੇ ਦਾ ਚੀਜ਼ ਸੋਹਣੀ ਲੱਗਦੀ ਹੈ। ਮਹਾਰਾਜ ਕਹਿੰਦੇ ਸੁੰਦਰ ਨਾਰੀ ਅਨੇਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ। ਦੂਜੇ ਦੇ ਘਰ ਨੂੰ ਪਰ ਗ੍ਰਹਿ ਹੁੰਦਾ ਕਿ ਦੂਜੇ ਦਾ ਘਰ ਦੇਖਣਾ, ਗ੍ਰਹਿ ਘਰ ਨੂੰ ਕਹਿੰਦੇ ਸਰੀਰ ਨੂੰ। ਫਿਰ ਵੀ ਇੱਛਾ ਹੁੰਦੀ ਹੈ ਕਿ ਜਿਹੜੀ ਤ੍ਰਿਸ਼ਨਾ ਹੁੰਦੀ ਹੈ ਕਿ ਇਹ ਨਹੀਂ ਚੰਗਾ ਕੰਮ, ਦੂਜਾ ਹੋਰ ਵੱਲ ਨਿਗਾਹ ਰਹਿਣੀ। ਫਿਰ ਆਂਦੇ ਬੁਰਾ ਭਲਾ ਨਹੀਂ ਸੂਝੀ ਹੈ। ਫਿਰ ਇਸ ਅਵਸਥਾ 'ਚ ਜਦੋਂ ਤ੍ਰਿਸ਼ਨਾ 'ਚ ਮਨ ਆ ਜਾਂਦਾ ਇਹਨੂੰ ਬੁਰੇ ਭਲੇ ਦੀ ਪਹਿਚਾਣ ਨਹੀਂ ਆਉਂਦੀ ਕਿ ਚੰਗਾ ਕੀ ਆ ਅਤੇ ਮਾੜਾ ਕੀ ਆ। ਇੱਦਾਂ ਹੀ ਮਹਾਰਾਜ ਕਹਿੰਦੇ ਅਨੇਕ ਬੰਧਨਾਂ 'ਚ ਮਾਇਆ 'ਚ ਬੱਝਾ ਹੋਇਆ ਮਨ ਜਦੋਂ ਭਰਮ ਦੇ ਵਿੱਚ ਪਿਆ ਭਰਮਦਾ ਰਹਿੰਦਾ ਹੈ, ਉਹਨੂੰ ਫਿਰ ਪਰਮਾਤਮਾ ਦੇ ਗੁਣ ਯਾਦ ਨਹੀਂ ਆਉਂਦੇ, ਪਰਮਾਤਮਾ ਦੀ ਉਸਤਤ ਨਹੀਂ ਕਰਦਾ। ਫਿਰ ਕਹਿੰਦੇ ਅਨੇਕ ਬੰਧਨ ਮਾਇਆ ਭਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ। ਕਹਿੰਦੇ ਇੰਨੀ ਤ੍ਰਿਸ਼ਨਾ ਮਨ 'ਚ ਵੱਜ ਜਾਂਦੀ ਆ, ਨਾ ਤਾਂ ਮਰਨ ਦਾ ਪਤਾ ਕਿ ਅਸੀਂ ਸੰਸਾਰ 'ਚੋਂ ਜਾਣਾ ਆ ਜਦੋਂ ਇਹ ਰੋਗ ਲੱਗ ਜਾਂਦਾ ਮਨ ਨੂੰ, ਅਤੇ ਨਾ ਹੀ ਬੁਰੇ ਭਲੇ ਦੀ ਪਹਿਚਾਣ ਆਉਂਦੀ ਕਿ ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ ਆ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ, ਜੀਵਨ ਦੀ ਜੁਗਤ ਨਹੀਂ ਸਿੱਖੀ। ਫਿਰ ਕਹਿੰਦੇ ਇੱਦਾਂ ਅਨੇਕ ਬੰਧਨਾਂ 'ਚ ਬੱਝਾ ਹੋਇਆ ਮਾਇਆ 'ਚ ਮਨ ਭਰਮਦਾ ਰਹਿੰਦਾ ਅਤੇ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ। ਇਹਨੂੰ ਕਹਿੰਦੇ ਆ ਤ੍ਰਿਸ਼ਨਾ ਗੁਰਬਾਣੀ ਦੇ ਵਿੱਚ। ਫਿਰ ਜਦੋਂ ਮਨ ਇਸ ਅਵਸਥਾ 'ਚ ਆ ਜਾਂਦਾ ਇਹਨੂੰ ਕਹਿੰਦੇ ਮਨਮੁਖ। ਰਜੋਗੁਣ 'ਤੇ ਚੱਲਦਾ ਹੋਇਆ ਤ੍ਰਿਸ਼ਨਾ ਦੇ ਵਿੱਚ ਜਦੋਂ ਮਨ ਆ ਜਾਂਦਾ ਇਹਨੂੰ ਗੁਰਬਾਣੀ ਦੇ ਵਿੱਚ ਮਨਮੁਖ ਕਿਹਾ ਆ, ਹੰਕਾਰੀ ਕਿਹਾ ਆ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਕਹਿੰਦੇ ਅੰਤਰ ਤ੍ਰਿਸ਼ਨਾ ਫਿਰੇ ਹੰਕਾਰੀ ਆਪ ਨ ਚੀਨੇ ਬਾਜੀ ਹਾਰੀ। ਹੁਣ ਬਾਜੀ ਕੀ ਹੈ, ਜਿਹੜਾ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਕਿ ਤੁਹਾਨੂੰ ਮਾਨ ਸਜਾਮਾ ਦਿੱਤਾ ਆ ਪਰਮਾਤਮਾ ਨੂੰ ਮਿਲਣ ਵਾਸਤੇ। ਇਹ ਸਾਰੀ ਬਾਜੀ ਬਣਾਈ ਮਹਾਰਾਜ ਨੇ, ਖੇਲ ਬਣਾਇਆ। ਜੇ ਅਸੀਂ ਸਵਾਸਾਂ ਦੇ ਹੁੰਦਿਆਂ ਹੋਇਆਂ ਪਰਮਾਤਮਾ ਨੂੰ ਮਿਲ ਲੈਂਦੇ ਹਾਂ ਇਹ ਬਾਜੀ ਨੂੰ ਜਿੱਤ ਜਾਂਦੇ ਹਾਂ, ਨਹੀਂ ਤਾਂ ਫਿਰ ਇਹ ਬਾਜੀ ਹਾਰ ਕੇ ਸਾਨੂੰ ਵਾਰ-ਵਾਰ ਆਉਣਾ ਪੈਂਦਾ। ਅਤੇ ਮਹਾਰਾਜ ਕਹਿੰਦੇ ਜਿਹਨੂੰ ਫਿਰ ਇਹ ਤ੍ਰਿਸ਼ਨਾ ਦਾ ਰੋਗ ਲੱਗ ਜਾਂਦਾ ਉਹ ਹੰਕਾਰ 'ਚ ਫਿਰਦਾ ਆ, ਉਹ ਦੂਜਿਆਂ ਨੂੰ ਹੀ ਦੇਖਦਾ ਰਹਿੰਦਾ ਕਿ ਚਿੰਤਾ 'ਚ ਰਹਿੰਦਾ ਉਹ ਮਨ ਕਿ ਕਿਵੇਂ ਮੈਂ ਹੁਣ ਜੇ ਦੂਜੇ ਨੇ ਆਹ ਚੀਜ਼ ਲੈ ਲਈ ਕਿਵੇਂ ਲਾਂ, ਕਿਸ ਤਰੀਕੇ ਨਾਲ ਮੈਂ ਉਹਨੂੰ ਪ੍ਰਾਪਤ ਕਰ ਲਵਾਂ, ਉਹ ਤ੍ਰਿਸ਼ਨਾ ਰਹਿੰਦੀ ਹੈ ਮਨ 'ਚ। ਅਤੇ ਮਹਾਰਾਜ ਕਹਿੰਦੇ ਫਿਰ ਆਪ ਨਾ ਚੀਨੇ, ਆਪਣੇ ਆਪ ਦਾ ਭੇਦ ਨਹੀਂ ਲੈਂਦਾ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ। ਜੋ ਗੁਰੂ ਸਾਹਿਬ ਸਾਨੂੰ ਭੇਦ ਦੇ ਰਹੇ ਆ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਏਤੀ ਨਾ ਜਾਣੀ ਕੇਤਿਕ ਮੁੱਦਤ ਚਲਤੀ ਖਬਰ ਨਾ ਪਾਇਓ। ਕਿ ਗੁਰੂ ਸਾਹਿਬ ਕਹਿੰਦੇ ਤੁਸੀਂ ਭੇਦ ਲੈ ਲਓ, ਕੌਣ ਹੋ, ਕਿੱਥੋਂ ਆਏ ਹੋ, ਕਿ ਜਾਣ ਲੱਗਿਆ ਵੀ ਨਹੀਂ ਤੁਹਾਨੂੰ ਭੇਦ, ਆਉਣਾ ਕਦੋਂ, ਚਲੇ ਜਾਣਾ, ਕਿੰਨੀ ਮੁੱਦਤ ਵਾਸਤੇ ਸੰਸਾਰ ਵਿੱਚ ਅਸੀਂ। ਅਤੇ ਫਿਰ ਜਿਹੜਾ ਮਨ ਤ੍ਰਿਸ਼ਨਾ 'ਚ ਪੈ ਜਾਂਦਾ ਉਹ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ ਅਤੇ ਉਹ ਇਸ ਮਾਨ ਸਜਾਮੇ ਦਾ ਲਾਹਾ ਨਹੀਂ ਖੱਟਦਾ, ਇਹ ਬਾਜੀ ਨੂੰ ਹਾਰ ਕੇ ਚਲਾ ਜਾਂਦਾ। ਫਿਰ ਜੋ ਪਰਮਾਤਮਾ ਨੂੰ ਦਿੰਦੇ ਆ ਉਹਦੇ ਵਿੱਚ ਸੰਤੋਖ ਨਹੀਂ ਉਹਨੂੰ ਆਉਂਦਾ। ਮਹਾਰਾਜ ਕਹਿੰਦੇ ਦਿੱਤੇ ਕਿਤੇ ਨਾ ਸੰਤੋਖੀਐ ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਾਰ। ਕਿਉਂ ਮਨ ਅਗਿਆਨਤਾ ਵਿੱਚ ਇੰਨਾ ਚਲਾ ਜਾਂਦਾ ਆ ਕਿ ਜੋ ਇਹਨੂੰ ਦਿੱਤਾ ਜਾਂਦਾ ਪਰਮਾਤਮਾ ਵੱਲੋਂ ਉਹਦੇ 'ਚ ਇਹਨੂੰ ਸੰਤੋਖ ਨਹੀਂ, ਹੋਰ ਚਾਹੁੰਦਾ। ਤਾਂ ਮਹਾਰਾਜ ਨੇ ਫਿਰ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਆ ਕਿ ਜਿਹੜੀ ਤ੍ਰਿਸ਼ਨਾ ਆ ਉਹ ਫਿਰ ਬੁੱਝਦੀ ਕਿਵੇਂ ਆ। ਹੁਣ ਸਾਨੂੰ ਪਤਾ ਲੱਗ ਗਿਆ ਕਿ ਤ੍ਰਿਸ਼ਨਾ ਕੀ ਹੈ। ਗੁਰਬਾਣੀ 'ਚ ਸਾਨੂੰ ਸਾਰੀ ਤ੍ਰਿਸ਼ਨਾ ਦੇ ਬਾਰੇ ਹੀ ਸਮਝਾਇਆ ਕਿ ਸਾਡਾ ਮਨ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਜਲ ਰਿਹਾ ਹੈ। ਇਹਨੂੰ ਅਗਨ ਵੀ ਕਿਹਾ ਤ੍ਰਿਸ਼ਨਾ ਨੂੰ ਗੁਰਬਾਣੀ ਦੇ ਵਿੱਚ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਕਿ ਇਹ ਤ੍ਰਿਸ਼ਨਾ 'ਚ ਜਦੋਂ ਮਨ ਜਲਦਾ ਆ ਇਹਨੂੰ ਮਨਮੁਖ ਕਿਹਾ ਆ, ਫਿਰ ਇਹਨੂੰ ਸਜ਼ਾ ਮਿਲਦੀ ਹੈ। ਗੁਰੂ ਸਾਹਿਬ ਗੁਰਬਾਣੀ 'ਚ ਦੱਸਦੇ ਆ
ਕਹਿੰਦੇ ਤਿੰਨਾ ਤਿਸ਼ਨਾ ਜਲਤ ਜਲਤ ਨਹੀਂ ਬੂਝੇ, ਡੰਡ ਧਰਮ ਰਾਏ। ਕਹਿੰਦੇ ਕਿ ਜਿਹੜੀ ਤ੍ਰਿਸ਼ਨਾ ਦੇ ਵਿੱਚ ਮਨ ਜਿਹੜੇ ਜਲਦਾ ਰਹਿੰਦਾ ਆ, ਉਹ ਆਪਣਾ ਆਪ ਬੁੱਝਦਾ ਨਹੀਂ, ਭੇਦ ਨਹੀਂ ਲੈਂਦਾ ਕਿ ਇੱਥੋਂ ਅਸੀਂ ਜਾਣਾ ਵੀ ਆ, ਹਿਸਾਬ ਕਿਤਾਬ ਵੀ ਹੋਣਾ ਆ। ਅਤੇ ਕਹਿੰਦੇ ਤਿੰਨਾ ਤਿਸ਼ਨਾ ਜਲਤ ਜਲਤ ਨਹੀਂ ਬੂਝੇ, ਡੰਡ ਧਰਮ ਰਾਏ ਕਾ ਦੀਜੈ। ਫਿਰ ਉਹਨੂੰ ਸਜ਼ਾ ਮਿਲਦੀ ਹੈ। ਇਹ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਆ ਕਿ ਅਸੀਂ ਕਿਵੇਂ ਆਪਣੇ ਮਨ ਨੂੰ ਸਮਝਾ ਸਕਦੇ ਹਾਂ। ਅਸੀਂ ਆਪਣੇ ਅੰਦਰ ਦੇਖਣਾ ਕਿ ਸਾਡਾ ਮਨ ਤ੍ਰਿਸ਼ਨਾ 'ਚ ਹੈ ਕਿ ਸੰਤੋਖ 'ਚ ਆ। ਜੇ ਸੰਤੋਖ ਦੇ ਵਿੱਚ ਆ ਮਨ, ਉਸ ਦੀ ਕੀ ਅਵਸਥਾ ਆ? ਜਿਹੜਾ ਮਨ ਤ੍ਰਿਸ਼ਨਾ ਦੇ ਵਿੱਚ ਆ ਗਿਆ, ਉਸ ਦੀ ਕੀ ਅਵਸਥਾ ਆ? ਜਦੋਂ ਫਿਰ ਗੁਰਬਾਣੀ ਦੇ ਇਸ ਤਰੀਕੇ ਨਾਲ ਆਪਾਂ ਖੋਜ ਕਰਦੇ ਹਾਂ, ਸਾਨੂੰ ਰੋਗ ਦਾ ਅਤੇ ਦਾਰੂ ਦੋਨਾਂ ਦਾ ਪਤਾ ਲੱਗ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਵੀ ਬਾਣੀ ਪੜ੍ਹਨੀ ਆ, ਅਸੀਂ ਖੋਜਣਾ ਹੁੰਦਾ, ਵਾਰ-ਵਾਰ ਸਮਝਣਾ ਹੁੰਦਾ ਗੁਰਬਾਣੀ 'ਚ ਜੋ ਸਾਨੂੰ ਬ੍ਰਹਮ ਗਿਆਨ ਦਿੱਤਾ ਮਹਾਰਾਜ ਨੇ। ਸੇ ਹੁਣ ਫਿਰ ਮਹਾਰਾਜ ਆਪਾਂ ਨੂੰ ਗੁਰਬਾਣੀ 'ਚ ਦੱਸਦੇ ਆ ਕਿ ਤ੍ਰਿਸ਼ਨਾ ਬੁੱਝਣੀ ਕਿਵੇਂ ਆ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ, ਕਿਉਂਕਿ ਜਿੰਨਾ ਚਿਰ ਸਾਡਾ ਮਨ ਤ੍ਰਿਸ਼ਨਾ 'ਚ ਧਾਤ ਦੇ ਰਸਤਾ ਅਖਤਿਆਰ ਕਰੀ ਰੱਖਦਾ ਅਤੇ ਮਨ ਮੁੱਖ ਮਨ ਦੀ ਭੁੱਖ ਨਹੀਂ ਜਾਂਦੀ। ਮੋਹ ਦੇ ਵਿੱਚ ਫਿਰ ਪਿਆ ਕੁਟੰਬ, ਕੂੜ ਨਾਲ ਲਿਪਟਿਆ ਰਹਿੰਦਾ, ਹਰ ਵਕਤ ਚਿੰਤਾ ਰਹਿੰਦੀ ਆ, ਸੌਂਦਾ ਨਹੀਂ ਚਿੰਤਾ ਦੇ ਵਿੱਚ। ਇਹ ਚਿੰਤਾ ਵਿੱਚ ਬੱਝਾ ਰਹਿੰਦਾ ਸਾਡਾ ਮਨ। ਅਤੇ ਫਿਰ ਜਨਮ ਮਰਨ ਖਤਮ ਨਹੀਂ ਇਹਦਾ ਹੁੰਦਾ, ਕਿਉਂਕਿ ਵਾਰ-ਵਾਰ ਫਿਰ ਆਉਂਦਾ, ਕਿਉਂਕਿ ਰੋਗੀ ਹੋਇਆ ਹਉਮੈ 'ਚ ਕਰਮ ਕਰਦਾ। ਅਤੇ ਜਿੰਨਾ ਵਿੱਚ ਚਿਰ ਗੁਰੂ ਦੀ ਸ਼ਰਨ ਵਿੱਚ ਜਾਂਦੇ ਨਹੀਂ, ਇਸ ਦਾ ਭੇਦ ਨਹੀਂ ਲੈਂਦੇ, ਉਨਾ ਚਿਰ ਮਨ ਛੁੱਟ ਨਹੀਂ ਸਕਦਾ। ਜਦੋਂ ਫਿਰ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਆ। ਕੀ ਸਮਝਾਉਂਦੇ? ਕਹਿੰਦੇ ਗੁਰਮਤਿ ਨਗਰੀ ਖੋਜ ਖੁਜਾਈ। ਕਹਿੰਦੇ ਕਿ ਗੁਰੂ ਦੀ ਮੱਤ ਦੁਆਰਾ ਤੁਸੀਂ ਨਗਰੀ ਦੀ ਖੋਜ ਕਰੋ। ਹੁਣ ਨਗਰੀ ਕੀ ਆ? ਜਦੋਂ ਆਪਾਂ ਫਿਰ ਗੁਰਬਾਣੀ 'ਚ ਪੜ੍ਹਦੇ, ਸਾਡੇ ਇਸ ਸਰੀਰ ਨੂੰ ਪਿੰਡ, ਕਿਲਾ, ਕਾਇਆ, ਦੇਹ, ਤਨ, ਕੋਠੜੀ, ਨਗਰੀ ਕਿਹਾ ਹੈ। ਅਤੇ ਮਹਾਰਾਜ ਫਿਰ ਗੁਰਬਾਣੀ ਵਿੱਚ ਦੱਸਦੇ ਆ ਕਿ ਇਸ ਨਗਰੀ ਦੀ ਤੁਸੀਂ ਗੁਰੂ ਦੀ ਮੱਤ ਦੁਆਰਾ ਖੋਜ ਕਰੋ, ਕਿ ਸਾਰਾ ਕੁਛ ਤੁਹਾਨੂੰ ਇਸ ਕਾਇਆ ਦੇ ਵਿੱਚੋਂ ਹੀ ਲੱਭ ਜਾਣਾ, ਕਿ ਮਨ ਇਸ ਸਰੀਰ ਦੇ ਵਿੱਚ ਪਾਇਆ ਹੈ। ਫਿਰ ਕਹਿੰਦੇ ਗੁਰਮਤਿ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਕਿ ਜਦੋਂ ਅਸੀਂ ਆਪਣੀ ਇਸ ਕਾਇਆ ਦੀ ਖੋਜ ਕਰਦੇ ਹਾਂ, ਫਿਰ ਕਹਿੰਦੇ ਕੀ ਪ੍ਰਾਪਤ ਹੋਣਾ ਤੁਹਾਨੂੰ? ਕਹਿੰਦੇ ਹਰੀ ਦਾ ਨਾਮ, ਜਿਹਨੂੰ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸਰਾਮ। ਕਿ ਜਿਹੜਾ ਖਜ਼ਾਨਾ ਆ ਨਾਮ ਦਾ, ਸਾਡੇ ਇਸ ਸਰੀਰ ਵਿੱਚ ਆ। ਜਿਹੜਾ ਅਸੀਂ ਗੁਰਮੰਤਰ ਦਾ ਜਾਪ ਕਰਦੇ ਹਾਂ, ਇਸ ਜਾਪ ਨੂੰ ਕਰਕੇ ਵਿਚਾਰਾਂ ਤੋਂ ਰਹਿਤ ਹੋ ਕੇ ਉਸ ਖਜ਼ਾਨੇ ਨਾਮ ਅਨਹਦ ਬਾਣੀ ਤੱਕ ਅਸੀਂ ਪਹੁੰਚਣਾ ਹੁੰਦਾ। ਨਾਦ ਜਿਹਨੂੰ ਤੂਰ ਕਿਹਾ ਗੁਰਬਾਣੀ ਦੇ ਵਿੱਚ, ਉਸ ਨਾਮ ਤੱਕ ਅਸੀਂ ਪਹੁੰਚਣਾ ਹੁੰਦਾ। ਕਹਿੰਦੇ ਜਦੋਂ ਫਿਰ ਤੁਸੀਂ ਇਸ ਨਗਰੀ ਦੀ, ਇਸ ਕਾਇਆ ਦੀ, ਇਸ ਸਰੀਰ ਦੀ ਖੋਜ ਕਰੋਗੇ, ਇਸ ਦੇਹ ਦੀ ਖੋਜ ਕਰੋਗੇ, ਫਿਰ ਤੁਹਾਨੂੰ ਉਸ ਨਾਮ ਦੀ ਪ੍ਰਾਪਤੀ ਹੋਏਗੀ। ਫਿਰ ਮਹਾਰਾਜ ਕਹਿੰਦੇ ਜਦੋਂ ਮਨ ਨੂੰ ਨਾਮ ਮਿਲ ਗਿਆ, ਫਿਰ ਇਹਨੂੰ ਸ਼ਾਂਤੀ ਆ ਜਾਣੀ। ਕਹਿੰਦੇ ਮੇਰੇ ਮਨ ਹਰ ਹਰ ਸ਼ਾਂਤ ਵਸਾਈ, ਤਿਸ ਨਾ ਅਗਨ ਬੂਝੀ ਖਿਨ ਅੰਤਰ, ਗੁਰ ਮਿਲੀਏ ਸਭ ਭੁੱਖ ਗਵਾਈ। ਫਿਰ ਕਹਿੰਦੇ ਇਹਦੀ ਜਿਹੜੀ ਤ੍ਰਿਸ਼ਨਾ ਦੀ ਅਗਨ ਆ, ਇਹ ਬੁੱਝ ਜਾਂਦੀ। ਹੁਣ ਗੁਰਬਾਣੀ ਦੁਆਰਾ ਪਹਿਲਾਂ ਅਸੀਂ ਰੋਗ ਗੁਰਬਾਣੀ ਦੁਆਰਾ ਸੋਝੀ ਲਈ ਕਿ ਰੋਗ ਕਿਹੜਾ ਆ? ਤ੍ਰਿਸ਼ਨਾ ਦਾ ਮਹਾਰਾਜ ਨੇ ਕਿਹਾ ਹੈ। ਫਿਰ ਉਸ ਰੋਗ ਨੂੰ ਬੁਝਾਉਣਾ ਕਿਵੇਂ, ਉਸ ਰੋਗ ਨੂੰ ਖਤਮ ਕਿਵੇਂ ਕਰਨਾ ਆ, ਉਸ ਅਗਨ ਨੂੰ ਬੁਝਾਉਣਾ ਕਿਵੇਂ ਆ, ਉਹ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਆ ਕਿ ਇਹ ਤ੍ਰਿਸ਼ਨਾ ਦੀ ਅਗਨ ਬੁਝੇਗੀ ਜਦੋਂ ਸਾਨੂੰ ਨਾਮ ਦੀ ਪ੍ਰਾਪਤੀ ਹੋਈ। ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਸਾਡਾ ਮਨ ਸ਼ਾਂਤ ਹੋ ਜਾਏਗਾ। ਫਿਰ ਜਿਹੜਾ ਅਸੀਂ ਧਾਤ ਦਾ ਰਸਤਾ ਅਖਤਿਆਰ ਕੀਤਾ ਹੋਇਆ, ਇਹ ਛੱਡ ਕੇ ਮਨ ਲਿਵ ਦਾ ਰਸਤਾ ਅਖਤਿਆਰ ਕਰੇਗਾ। ਅਤੇ ਤ੍ਰਿਸ਼ਨਾ ਦੀ ਜਗ੍ਹਾ ਕੀ ਲੈਣਾ ਆ? ਸੰਤੋਖ। ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ, ਤਿਸਨ ਬੁਝੀ ਆਸ ਪੁਨੀ, ਮਨ ਸੰਤੋਖ ਤਰਾਪ। ਕਹਿੰਦੇ ਫਿਰ ਇਹ ਤ੍ਰਿਸ਼ਨਾ ਖਤਮ ਹੋ ਜਾਣੀ ਅਤੇ ਤ੍ਰਿਸ਼ਨਾ ਦੀ ਜਗ੍ਹਾ ਸੰਤੋਖ ਆ ਜਾਣਾ।
ਕਿਉਂਕਿ ਜਦੋਂ ਸਾਨੂੰ ਪਤਾ ਆ ਕਿ ਦੇਣ ਵਾਲਾ ਪਰਮਾਤਮਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਕੋਈ ਪਰਮਾਤਮਾ ਦੇ ਭੰਡਾਰੇ ਭਰੇ ਹੋਏ ਆ। ਜਦੋਂ ਅਸੀਂ ਇਸ ਸੰਸਾਰ ਵਿੱਚ ਵਿਚਰਨਾ, ਮਹਾਰਾਜ ਕਹਿੰਦੇ ਜਿਹਨੂੰ ਵੀ ਭੇਜਿਆ ਆ, ਭੇਜਣ ਤੋਂ ਪਹਿਲਾਂ ਰਿਜ਼ਕ ਭੇਜ ਦਿੱਤਾ ਉਹਨੇ। ਇਸੇ ਤਰੀਕੇ ਨਾਲ ਫਿਰ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਆ ਕਿ ਅਸੀਂ ਗੁਰੂ ਦੀ ਮੱਤ ਲੈ ਕੇ ਇਸ ਖੇਲ ਨੂੰ ਸਮਝ ਕੇ ਇਸ ਤ੍ਰਿਸ਼ਨਾ ਦੀ ਅਗਨ ਨੂੰ ਬੁਝਾਉਣਾ ਆ। ਅਤੇ ਬੁਝਣੀ ਕਿਵੇਂ ਆ? ਨਾਮ ਦੁਆਰਾ। ਅਤੇ ਜੋ ਗੁਰੂ ਸਾਹਿਬ ਕਹਿੰਦੇ ਆ ਉਸ 'ਤੇ ਚੱਲਣਾ ਆ। ਗੁਰੂ ਸਾਹਿਬ ਕਹਿੰਦੇ ਧਾਤ ਦਾ ਰਸਤਾ ਛੱਡੋ, ਲਿਵ ਦਾ ਰਸਤਾ ਅਪਣਾਓ। ਕਹਿੰਦੇ ਜੋ ਗੁਰ ਕਹੈ ਸੋਈ ਪਰ ਕੀਜੈ, ਤਿਸਨਾ ਅਗਨ ਬੁਝਾਈਐ। ਕਹਿੰਦੇ ਕਿ ਜਦੋਂ ਤੁਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਆ, ਜੋ ਗੁਰੂ ਸਾਹਿਬ ਤੁਹਾਨੂੰ ਉਪਦੇਸ਼ ਦਿੰਦੇ ਆ, ਉਸ ਉਪਦੇਸ਼ ਨੂੰ ਤੁਸੀਂ ਅੰਦਰ ਵਸਾਉਣਾ ਆ, ਅਤੇ ਤੁਹਾਡੀ ਇਹ ਜਿਹੜੀ ਤ੍ਰਿਸ਼ਨਾ ਦੀ ਅਗਨ ਆ ਇਹ ਬੁਝ ਜਾਏਗੀ। ਅਤੇ ਮਹਾਰਾਜ ਫਿਰ ਗੁਰਬਾਣੀ ਵਿੱਚ ਆਪਾਂ ਨੂੰ ਸੋਝੀ ਦਿੰਦੇ ਆ ਕਿ ਜਿਹੜਾ ਲਿਵ ਦੇ ਰਸਤੇ ਤੁਰਦਾ ਆ, ਸੰਤੋਖ, ਦਇਆ, ਨਿਮਰਤਾ, ਸਹਿਣਸ਼ੀਲਤਾ ਅਪਣਾਉਂਦਾ ਆ, ਉਸ ਨੂੰ ਕਹਿੰਦੇ ਗੁਰਮੁਖ, ਕਿ ਬੜਾ ਸੰਤੋਖੀ ਆ। ਅਤੇ ਮਹਾਰਾਜ ਕਹਿੰਦੇ ਸੰਤੋਖ ਤੋਂ ਬਿਨਾਂ ਫਿਰ ਰੱਜਿਆ ਨਹੀਂ ਜਾਂਦਾ। ਬਿਨਾਂ ਸੰਤੋਖ ਨਾਹੀ ਕੋ ਰਾਜੇ। ਕਹਿੰਦੇ ਕਿ ਜਿੰਨਾ ਚਿਰ ਸੰਤੋਖ ਨਹੀਂ ਹੈਗਾ ਉਹਨਾਂ ਚਿਰ ਰੱਜ ਨਹੀਂ ਆਉਂਦਾ ਮਨ ਨੂੰ। ਅਤੇ ਸੰਤੋਖ ਆਉਣਾ ਹਰੀ ਦੇ ਨਾਮ ਦੁਆਰਾ। ਜਦੋਂ ਹਰੀ ਦਾ ਨਾਮ ਅਸੀਂ ਸੁਣ ਲਿਆ, ਥਿਰ ਘਰ ਵਿੱਚ ਬੈਠ ਗਏ, ਅਤੇ ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਮਹਾਰਾਜ ਕਹਿੰਦੇ ਤੁਸੀਂ ਥਿਰ ਘਰ ਵਿੱਚ ਬੈਠ ਜਾਓ, ਤੁਹਾਡੇ ਪਰਮਾਤਮਾ ਆਪ ਕੰਮ ਕਰੇਗਾ। ਅਤੇ ਇਸ ਅਵਸਥਾ 'ਚ ਜਦੋਂ ਅਸੀਂ ਫਿਰ ਗੁਰਬਾਣੀ ਰਾਹੀਂ ਥਿਰ ਘਰ ਦਾ ਭੇਦ ਲੈਂਦੇ ਹਾਂ, ਫਿਰ ਆਪਾਂ ਨੂੰ ਉੱਥੋਂ ਦਾ ਭੇਦ ਦਿੱਤਾ ਕਿ ਇਸ ਤਰੀਕੇ ਨਾਲ ਤੁਸੀਂ ਬੈਠਣਾ, ਸੁਣਨ 'ਚ ਬੈਠ ਕੇ ਉਸ ਮਾਲਕ ਦੀ ਆਵਾਜ਼ ਨੂੰ ਸੁਣਨਾ, ਉਹਦੇ ਵਿੱਚ ਸਮਾਉਣਾ, ਪਰਮਾਤਮਾ ਦੇ ਦਰਸ਼ਨ ਕਰਨੇ। ਅਤੇ ਜਦੋਂ ਤੁਸੀਂ ਉੱਥੇ ਬੈਠ ਜਾਂਦੇ ਆ ਅਤੇ ਫਿਰ ਪਰਮਾਤਮਾ ਅੰਗ ਸੰਗ ਸਹਾਈ ਹੁੰਦਾ। ਫਿਰ ਸਾਡੀਆਂ ਅੱਖਾਂ ਨੂੰ ਵੀ ਸੰਤੋਖ ਆ ਜਾਂਦਾ, ਮਨ ਨੂੰ ਵੀ ਸੰਤੋਖ ਆ ਜਾਂਦਾ। ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਅੱਖੀ ਸੰਤੋਖੀਆ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਕਹਿੰਦੇ ਅੱਖਾਂ ਨੂੰ ਸੰਤੋਖ ਆ ਜਾਂਦਾ ਅਤੇ ਮਨ ਨੂੰ ਵੀ ਸੰਤੋਖ ਆ ਜਾਂਦਾ ਜਦੋਂ ਸਾਡੀ ਉਸ ਪਰਮਾਤਮਾ ਇੱਕ ਹਰੀ ਨਾਲ ਲਿਵ ਜੁੜ ਜਾਂਦੀ। ਹੁਣ ਇਹਨਾਂ ਅੱਖਾਂ ਨੇ ਦੇਖਣਾ ਬਾਹਰ ਸੰਸਾਰ 'ਚ, ਅਤੇ ਜਦੋਂ ਅਸੀਂ ਇਹਨਾਂ ਅੱਖਾਂ ਦੁਆਰਾ ਪਰਮਾਤਮਾ ਨੂੰ ਦੇਖ ਲੈਂਦੇ ਹਾਂ, ਉਸ ਨਾਲ ਲਿਵ ਜੋੜ ਲੈਂਦੇ, ਇਹਨਾਂ ਅੱਖਾਂ ਨੂੰ ਵੀ ਸੰਤੋਖ ਆ ਜਾਂਦਾ। ਫਿਰ ਕਹਿੰਦੇ ਜਿਹੜਾ ਮਨ ਆ ਉਹਨੂੰ ਸੰਤੋਖ ਕਿਵੇਂ ਆ ਜਾਂਦਾ? ਕਹਿੰਦੇ ਮਨ ਸੰਤੋਖਿਆ ਦੂਜਾ ਭਾਉ ਗਵਾਏ। ਜਿਹੜਾ ਦੂਜਾ ਮਾਇਆ ਦੇ ਵੱਲ ਲੱਗਾ ਹੋਇਆ ਸੀ, ਜਦੋਂ ਉਹ ਖਤਮ ਹੋ ਗਿਆ, ਤ੍ਰੈਗੁਣਾ ਤੋਂ ਅਤੀਤ ਹੋ ਗਿਆ ਮਨ, ਆਪਣੇ ਘਰ ਦੀ ਸੋਝੀ ਆ ਗਈ, ਫਿਰ ਮਨ ਵੀ ਸੰਤੋਖ ਵਿੱਚ ਆ ਜਾਏਗਾ। ਸੋ ਆਪਾਂ ਨੂੰ ਇਹ ਗੁਰਬਾਣੀ ਦੁਆਰਾ ਗਿਆਨ ਦਿੱਤਾ ਆ। ਹੁਣ ਜਿਹੜੀ ਮਾਇਆ ਆ, ਜਿੰਨਾ ਚਿਰ ਅਸੀਂ ਮਾਇਆ ਦੇ ਮਗਰ ਭੱਜਦੇ ਹਾਂ, ਹੁਣ ਮਾਇਆ ਇਹ ਵੀ ਆ, ਸਾਡਾ ਸਰੀਰ ਵੀ ਮਾਇਆ ਹੈ, ਜੋ ਅਸੀਂ ਆ ਦ੍ਰਿਸ਼ਟਮਾਨ ਦੇਖ ਰਹੇ ਹਾਂ ਇਹ ਸਾਰਾ ਮਾਇਆ ਆ। ਮਹਾਰਾਜ ਕਹਿੰਦੇ ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਕਹਿੰਦੇ ਮਾਇਆ ਦਾ ਮੂਲ ਤੁਹਾਡਾ ਸਰੀਰ ਵੀ ਹੈ, ਅਤੇ ਜੋ ਵੀ ਅਸੀਂ ਦ੍ਰਿਸ਼ਟਮਾਨ ਸੰਸਾਰ 'ਚ ਦੇਖ ਰਹੇ ਹਾਂ ਇਹਨੂੰ ਵੀ ਗੁਰਬਾਣੀ 'ਚ ਮਾਇਆ ਕਿਹਾ ਆ। ਫਿਰ ਕਹਿੰਦੇ ਸੁਖਮ ਮਾਇਆ ਆ, ਜਿਹੜੇ ਅਸੀਂ ਵਿਚਾਰ ਰਜੋਗੁਣ ਤਮੋਗੁਣ ਸਤੋਗੁਣ ਸੁਖਮ ਵਿਚਾਰ ਲੈ ਰਹੇ ਹਾਂ, ਇਹਨੂੰ ਸੁਖਮ ਮਾਇਆ ਕਿਹਾ ਗੁਰਬਾਣੀ ਦੇ ਵਿੱਚ। ਹੁਣ ਮਾਇਆ ਪੈਸੇ ਨੂੰ ਵੀ ਕਿਹਾ ਆ, ਜਿਹੜਾ ਜਦੋਂ ਤ੍ਰਿਸ਼ਨਾ, ਜਿਹੜਾ ਮਹਾਰਾਜ ਕਹਿੰਦੇ ਲੱਖਾਂ ਕਰੋੜਾਂ ਹਜ਼ਾਰਾਂ, ਇੱਥੇ ਮਾਇਆ ਪੈਸੇ ਦੀ ਗੱਲ ਕੀਤੀ ਆ। ਹੁਣ ਜਿਹੜਾ ਫਿਰ ਮਹਾਰਾਜ ਕਹਿੰਦੇ ਇਹਦੇ ਮਗਰ ਭੱਜਦਾ ਹੈ ਨਾ ਮਾਇਆ ਦੇ, ਫਿਰ ਉਹ ਅੱਗੇ ਅੱਗੇ ਭੱਜ ਜਾਂਦੀ। ਕਹਿੰਦੇ ਗਹੁ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹਿੰਦੇ ਜੇ ਅਸੀਂ ਇਹਦੇ ਮਗਰ ਭੱਜਦੇ ਨਾ ਮਾਇਆ ਦੇ, ਉਹ ਅੱਗੇ ਅੱਗੇ ਭੱਜਣ ਲੱਗ ਪੈਂਦੀ। ਜੇ ਸਾਡੇ ਮਨ 'ਚ ਇੰਨੀ ਤ੍ਰਿਸ਼ਨਾ ਹੈ, ਅਸੀਂ ਇਹਦੇ ਮਗਰ ਭੱਜਦੇ, ਫਿਰ ਕਹਿੰਦੇ ਹੱਥ ਨਹੀਂ ਆਉਂਦੀ। ਜਿਹਦੇ ਨਾਲ ਪ੍ਰੀਤ ਕਰਦੇ ਹਾਂ ਮਾਇਆ ਦ੍ਰਿਸ਼ਟਮਾਨ ਨਾਲ, ਫਿਰ ਸਾਡੇ ਨਾਲ ਨਹੀਂ ਚੱਲਦੀ, ਕਿਉਂਕਿ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਂਦੀ। ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਗੁਰੂ ਸਾਹਿਬ ਨੇ ਆਪਾਂ ਨੂੰ ਸਪਸ਼ਟ ਦੱਸਿਆ ਕਿ ਜਿੱਥੇ ਮਾਤਾ ਪਿਤਾ ਭੈਣ ਭਰਾ ਕਿਸੇ ਨੇ ਸੰਗ ਨਹੀਂ ਜਾਣਾ,
ਇੱਥੋਂ ਤੱਕ ਆ ਸਾਡਾ ਸਰੀਰ ਆ ਜਿਹੜਾ ਮਾਇਆ ਦਾ ਮੂਲ ਇਹਨੇ ਵੀ ਨਹੀਂ ਜਾਣਾ। ਅਤੇ ਫਿਰ ਉੱਥੇ ਕਿਹੜਾ ਨਾਮ ਸਹਾਈ ਆ। ਤਾਂ ਹੀ ਮਹਾਰਾਜ ਕਹਿੰਦੇ ਨਾਮ ਦੀ ਖੇਤੀ ਬੀਜੋ, ਨਾਮ ਦਾ ਵਪਾਰ ਕਰੋ, ਜਿਹੜੇ ਤੁਹਾਡੇ ਸੰਗ ਜਾਣਾ। ਫਿਰ ਮਹਾਰਾਜ ਕਹਿੰਦੇ ਜੇ ਮਾਇਆ ਦੇ ਨਾਲ ਇਹ ਪ੍ਰੀਤ ਦ੍ਰਿਸ਼ਟਮਾਨ ਨਾਲ ਕਰਦੇ ਆ ਤਾਂ ਉਹਨਾਂ ਨੇ ਨਾ ਸਾਥ ਨਹੀਂ ਕਿਸੇ ਨਾਲ ਜਾਣਾ। ਕਹਿੰਦੇ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਕਹਿੰਦੇ ਜਦੋਂ ਫਿਰ ਭਗਤ ਜਨ ਗੁਰੂ ਸਾਹਿਬ ਸਾਨੂੰ ਦੱਸਦੇ ਆ ਪੰਜਵੇਂ ਪਾਤਸ਼ਾਹ, ਕਹਿੰਦੇ ਜਦੋਂ ਇਹਨੂੰ ਤਿਆਗ ਦਿੱਤਾ ਫਿਰ ਚਰਨਾਂ 'ਚ ਆ ਕੇ ਡਿੱਗ ਗਈ। ਹੁਣ ਅਸੀਂ ਕੀ ਕਰਦੇ, ਅਸੀਂ ਤਿਆਗਦੇ ਨਹੀਂ, ਅਸੀਂ ਮਗਰ ਭੱਜ ਰਹੇ ਹਾਂ। ਪੰਜਾਂ ਦਾ ਸਾਥ ਲੈ ਕੇ ਇਸ ਮਾਇਆ ਦੇ ਮਗਰ ਮਗਰ ਭੱਜੇ ਫਿਰਦੇ ਆ ਅਤੇ ਧਾਤ ਦੇ ਰਸਤੇ 'ਤੇ ਤ੍ਰਿਸ਼ਨਾ ਦੇ ਵਿੱਚ। ਅਤੇ ਜਦੋਂ ਫਿਰ ਗੁਰਬਾਣੀ ਗੁਰੂ ਦੁਆਰਾ ਭੇਦ ਆਉਂਦਾ ਆ ਅਤੇ ਗੁਰੂ ਸਾਹਿਬ ਕਹਿੰਦੇ ਜਦੋਂ ਇਹਨੂੰ ਅਸੀਂ ਤਿਆਗ ਦਿੱਤਾ ਨਾ ਤਾਂ ਫਿਰ ਇਹਨੇ ਤੁਹਾਡੇ ਚਰਨਾਂ 'ਚ ਆ ਕੇ ਡਿੱਗ ਪੈਣਾ। ਕਹਿੰਦੇ ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਭੇਟਤ ਉਦਾਰ। ਕਹਿੰਦੇ ਅਸਲੀ ਉਧਾਰ ਤੁਹਾਡਾ ਉਦੋਂ ਹੋਣਾ ਆ, ਇਹੀ ਨਿਰਮਲ ਵਿਚਾਰ ਆ ਕਿ ਰਾਮ ਦੇ ਨਾਮ ਤੋਂ ਬਿਨਾਂ ਗਤੀ ਨਹੀਂ ਹੋਣੀ। ਅਤੇ ਜਦੋਂ ਗੁਰੂ ਪੂਰਾ ਮਿਲ ਜਾਂਦਾ ਆ ਫਿਰ ਸਾਡਾ ਉਧਾਰ ਹੋ ਜਾਂਦਾ। ਉਹਨਾਂ ਨੇ ਸਾਰੀ ਸਾਨੂੰ ਸੋਝੀ ਦੇ ਦੇਣੀ, ਬਖਸ਼ ਦੇਣਾ ਕਿ ਕਿਵੇਂ ਤੁਸੀਂ ਤ੍ਰਿਸ਼ਨਾ ਤੋਂ ਉੱਪਰ ਹੋ ਰਹਿ ਸਕਦੇ ਹੋ, ਉੱਠ ਸਕਦੇ ਹੋ। ਹੁਣ ਜਿੰਨਾ ਚਿਰ ਅਸੀਂ ਸੰਸਾਰ 'ਚ ਵਿਚਰਦੇ ਹਾਂ ਅਤੇ ਮਹਾਰਾਜ ਕਹਿੰਦੇ ਆ ਜਿਸ ਦੇ ਗ੍ਰਹਿ ਵਿੱਚ ਮਾਇਆ ਬਹੁਤ ਜ਼ਿਆਦਾ ਆ ਉਹਨੂੰ ਚਿੰਤਾ ਰਹਿੰਦੀ ਆ ਕੋਈ ਲੁੱਟ ਨਾ ਲਵੇ, ਇਹਨੂੰ ਲੁਕਾਉਂਦਾ ਫਿਰਦਾ। ਅਤੇ ਜਿਹਦੇ ਕੋਲ ਹੈ ਨਹੀਂ ਵਿਚਾਰਾ ਉਹ ਮੰਗਦਾ ਫਿਰਦਾ, ਭਰਮਦਾ ਰਹਿੰਦਾ। ਕਹਿੰਦੇ ਜਿਹੜਾ ਦੋਹਾਂ ਵਸਤਾਂ ਤੋਂ ਮੁਕਤ ਆ ਨਾ ਉਹੀ ਸੁਹੇਲਾ ਆ। ਮਹਾਰਾਜ ਕਹਿੰਦੇ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹਾਂ ਬਬਸਤਾਂ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਏ। ਮਹਾਰਾਜ ਕਹਿੰਦੇ ਆ ਕਿ ਹੁਣ ਇਹ ਜਿਹੜਾ ਅਸੀਂ ਸੰਸਾਰ 'ਚ ਵਿਚਰਦੇ ਹਾਂ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ ਆ, ਧਨ ਦੌਲਤ ਆ, ਉਹ ਚਿੰਤਾ 'ਚ ਰਹਿੰਦਾ ਕਿ ਚੋਰ ਨਾ ਲੁੱਟ ਕੇ ਲੈ ਜਾਣ, ਕਿੱਥੇ ਸਾਂਭਾਂ, ਉਹਨੂੰ ਇਹ ਚਿੰਤਾ ਰਹਿੰਦੀ। ਅਤੇ ਜਿਹਦੇ ਵਿਚਾਰੇ ਕੋਲ ਨਹੀਂ ਹੁੰਦਾ ਉਹ ਉਹਨੂੰ ਕਮਾਉਣ ਲਈ ਭਰਮਦਾ ਰਹਿੰਦਾ। ਕਹਿੰਦੇ ਜਿਹਨੂੰ ਫਿਰ ਸੰਤੋਖ ਆ ਗਿਆ, ਜਿੰਨੀ ਕੋ ਕਮਾਈ ਕੀਤੀ ਉਹਦੇ 'ਚ ਗੁਜ਼ਾਰਾ ਆ, ਉਹ ਮਹਾਰਾਜ ਕਹਿੰਦੇ ਸੋਈ ਸੁਹੇਲਾ ਪਾਲੀ। ਉਹ ਫਿਰ ਸੰਤੋਖ 'ਚ ਰਹਿੰਦਾ, ਸ਼ਾਂਤੀ 'ਚ ਰਹਿੰਦਾ, ਆਨੰਦ 'ਚ ਰਹਿੰਦਾ, ਗੁਰੂ ਦੀ ਸ਼ਰਨ ਵਿੱਚ ਆ ਕੇ ਗਿਆਨ ਲੈ ਕੇ। ਅਤੇ ਜਦੋਂ ਗੁਰੂ ਸਾਹਿਬ ਸਾਨੂੰ ਗਿਆਨ ਦਿੰਦੇ ਆ ਫਿਰ ਗੁਰੂ ਸਾਹਿਬ ਸਮਝਾਉਂਦੇ ਆ ਕਿ ਸਿਮਰਨ ਕਰਨਾ ਕਰਮ ਕਰਦਿਆਂ ਹੋਇਆਂ, ਉੱਠਤ ਬੈਠਤ ਹਰ ਹਰ ਧਿਆਈਐ, ਅਣ ਦਿਨ ਸੋ ਕ੍ਰਿਤ ਕਰੀਏ। ਕਿ ਜਦੋਂ ਦਿਨ ਰਾਤ ਜਿਹੜਾ ਵੀ ਕਰਮ ਕਰਦੇ ਹਾਂ, ਕਿਉਂਕਿ ਅਸੀਂ ਸਾਰਿਆਂ ਨੇ ਕਰਮ ਕਰਨ ਵਾਸਤੇ ਰਜੋਗੁਣ ਹੱਟ 'ਤੇ ਆਉਣਾ। ਇਹਨੂੰ ਹੱਟ ਕਿਹਾ ਗੁਰਬਾਣੀ ਦੇ ਵਿੱਚ, ਰਜੋਗੁਣ ਨੂੰ ਇੱਥੋਂ ਅਰਥਚਾਰਾ ਮਿਲਦਾ। ਇਸ ਹੱਟ ਦੇ ਵਿੱਚ ਤ੍ਰਿਸ਼ਨਾ ਆ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ। ਅਤੇ ਅੱਜ ਆਪਾਂ ਵਿਚਾਰ ਕਰ ਰਹੇ ਗੁਰਬਾਣੀ ਰਾਹੀਂ ਤ੍ਰਿਸ਼ਨਾ, ਕਿ ਤ੍ਰਿਸ਼ਨਾ ਦਾ ਜਦੋਂ ਰੋਗ ਲੱਗਦਾ ਆ ਉਦੋਂ ਅਸੀਂ ਮਰਨ ਨੂੰ ਵੀ ਵਿਸਾਰ ਦਿੰਦੇ, ਪ੍ਰਮਾਤਮਾ ਨੂੰ ਵੀ ਭੁੱਲ ਜਾਂਦੇ ਹਾਂ, ਅਸੀਂ ਆਪਣੇ ਸਵਾਸ ਵਿਅਰਥ ਗਵਾ ਰਹੇ। ਅਤੇ ਜਦੋਂ ਗੁਰੂ ਦੁਆਰਾ ਸੋਝੀ ਲੈ ਲੈਂਦੇ ਹਾਂ, ਇਹੀ ਤ੍ਰਿਸ਼ਨਾ ਜਿਹੜੀ ਸਾਡੀ ਖਤਮ ਹੋ ਕੇ ਮਨ ਸੰਤੋਖੀ ਹੋ ਜਾਂਦਾ। ਅਤੇ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਜੇ ਪਰਮਾਤਮਾ ਨੇ ਸਾਨੂੰ ਇੱਕ ਵਸਤੂ ਦਿੱਤੀ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਇਹ ਵਸਤੂ ਜਿਹੜੀ ਪਰਮਾਤਮਾ ਸਾਨੂੰ ਇੱਕ ਵਸਤੂ ਦਿੰਦੇ ਆ ਅਤੇ ਅਸੀਂ ਕਹਿੰਦੇ ਹੋਰ ਦਿਓ, ਹੋਰ ਦਿਓ। ਅਸੀਂ ਇੱਕ ਨੂੰ ਛੱਡ ਕੇ ਉਹਦਾ ਆਨੰਦ ਨਹੀਂ ਮਾਣਦੇ ਅਤੇ ਜਿਹੜੀ ਨਹੀਂ ਹੈਗੀ ਉਹਦੇ ਵੱਲ ਮਨ ਭੱਜਦਾ। ਅਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ 10 ਵਸਤੂ ਲੈ ਪਾਛੇ ਪਾਵੈ, ਏਕ ਬਸਤ ਕਾਰਨ ਬਖੋਟ ਗਵਾਵੇ, ਏਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਕੋਹ ਕਾਹ ਕਰੇ। ਮਹਾਰਾਜ ਕਹਿੰਦੇ ਆ ਕਿ ਜਿਹੜੇ 10 ਤੇਰੇ ਕੋਲ ਮਹਾਰਾਜ ਉਹ ਵੀ ਖੋਹ ਲੈਣ ਅਤੇ ਉਹ ਇੱਕ ਵੀ ਨਾ ਦੇਵੇ ਅਤੇ ਫਿਰ ਕੀ ਕਰ ਲੋਗੇ। ਇਹ ਅਸੀਂ ਗਿਆਨ ਆਪਣੇ ਮਨ ਨੂੰ ਦੇਣਾ, ਕਿਉਂਕਿ ਜਦੋਂ ਧਾਤ ਦੇ ਰਸਤੇ 'ਤੇ ਮਨ ਚੱਲਦਾ ਨਾ, ਜਿਹੜੀ ਵਸਤੂ ਉਹਦੇ ਕੋਲ ਹੈਗੀ ਆਪਣੇ ਕੋਲ ਉਹਦਾ ਵੀ ਆਨੰਦ ਨਹੀਂ ਮਾਣ ਸਕਦਾ। ਉਸ ਨੂੰ ਨਹੀਂ ਦੇਖਦਾ ਕਿ ਪ੍ਰਮਾਤਮਾ ਨੇ ਦਿੱਤੀ ਹੋਈ ਆ, ਉਹ ਦੂਜੀ ਵੱਲ ਭੱਜਦਾ ਹੈ। ਅਤੇ ਗੁਰੂ ਸਾਹਿਬ ਫਿਰ ਸਾਡੇ ਮਨ ਨੂੰ ਸਮਝਾਉਂਦੇ ਆ ਕਿ ਜਿਹੜੇ ਦਿੱਤੀ ਆ ਉਹਦੇ ਵਿੱਚ ਸੰਤੋਖ ਰੱਖ। 10 ਦਿੱਤੂ ਹੈ, ਜੇ ਇੱਕ ਨਹੀਂ ਮਿਲੀ ਤਾਂ ਫਿਰ ਰੋਣ ਲੱਗ ਪੈਂਦੇ ਅਸੀਂ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਜਦੋਂ ਵੀ ਆਪਾਂ ਪਾਠ ਕਰਨਾ ਹੈ ਗੁਰਬਾਣੀ ਦਾ, ਫਿਰ ਆਪਣੇ ਮਨ ਨੂੰ ਸਮਝਾਉਣਾ। ਸੁਖਮਨੀ ਸਾਹਿਬ 'ਚ ਮਹਾਰਾਜ ਨੇ ਦੱਸਿਆ ਆ 10 ਵਸਤੂ ਲੈ ਪਾਛੇ ਪਾਵੈ। ਹੁਣ 10 ਵਸਤੂਆਂ ਮਹਾਰਾਜ ਨੇ ਦਿੱਤੀਆਂ,
ਹੁਣ ਇੱਕ ਨਹੀਂ ਮਿਲੀ, ਉਹ 10 ਦਾ ਵੀ ਆਨੰਦ ਨਹੀਂ ਮਾਣਿਆ। ਇਵੇਂ ਹੀ ਜਦੋਂ ਆਪਾਂ ਸੰਸਾਰ 'ਚ ਵਿਚਰਦੇ ਨੇ, ਜੇ ਸਾਡੇ ਘਰ ਇੱਕ ਚੀਜ਼ ਨਹੀਂ ਹੈਗੀ ਤੇ ਜਿਹੜੀ ਹੈਗੀ ਉਹਦਾ ਵੀ ਨਹੀਂ ਆਨੰਦ ਮਨ ਮਾਣ ਸਕਦਾ, ਕਿਉਂਕਿ ਤ੍ਰਿਸ਼ਨਾ ਦੇ ਵਿੱਚ ਉਹ ਦੂਜੇ ਬਾਰੇ ਫੁਰਨਾ ਲਈ ਜਾਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ, ਏਕ ਬਸਤ ਕਾਰਨ ਬਖੋਟ ਗਵਾਵੇ, ਏਕ ਭੀ ਨਾ ਦੇ। ਤੇ ਜਿਹੜੀਆਂ ਦਿੱਤੀਆਂ ਉਹ 10 ਵੀ ਲੈ ਲੈ ਵਾਪਸ ਮਹਾਰਾਜ, 10 ਵੀ ਹਿਰ ਲੈ, ਤੋ ਮੂੜਾ ਕੋਹ ਕਹਾਂ ਕਰੇ। ਫਿਰ ਕਹਿੰਦੇ, ਜਿਸ ਠਾਕਰ ਸਿਓ ਨਾ ਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਕਿ ਜਿਹਦੇ ਪ੍ਰਮਾਤਮਾ ਅੱਗੇ ਤੁਹਾਡਾ ਕੋਈ ਚਾਰਾ ਹੀ ਨਹੀਂ ਚੱਲਦਾ, ਉਹਨੂੰ ਹਮੇਸ਼ਾ ਨਮਸਕਾਰ ਕਰੋ। ਸੋ ਇਹ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਆ ਕਿ ਅਸੀਂ ਦੇਖਣਾ ਕਿ ਸਾਡੇ ਮਨ ਨੂੰ ਹੁਣ ਕਿਹੜਾ ਰੋਗ ਲੱਗਾ ਹੋਇਆ, ਅਤੇ ਗੁਰੂ ਦੀ ਮੱਤ ਲੈ ਕੇ ਉਸ ਰੋਗ ਨੂੰ ਅਸੀਂ ਕਿਵੇਂ ਦੂਰ ਕਰਨਾ। ਇਹ ਫਿਰ ਗੁਰੂ ਸਾਹਿਬ ਆਪਾਂ ਨੂੰ ਗੁਰਬਾਣੀ 'ਚ ਦੱਸਦੇ ਕਿ ਜਦੋਂ ਅਸੀਂ ਖੋਜ ਸ਼ੁਰੂ ਕਰਾਂਗੇ, ਇਹੀ ਬਾਣੀ ਪੜ੍ਹਨ ਦਾ ਆਪਾਂ ਨੂੰ ਆਨੰਦ ਆਏਗਾ ਜਦੋਂ ਅਸੀਂ ਖੋਜ ਸ਼ੁਰੂ ਕਰ ਲਾਂਗੇ। ਅਤੇ ਸਾਡਾ ਦੇਖਿਓ ਮਨ ਵੀ ਬਾਣੀ ਪੜ੍ਹਦਿਆਂ ਪਾਸੇ ਨਹੀਂ ਜਾਏਗਾ। ਕਈਆਂ ਦਾ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਮਨ ਪਾਸੇ ਚਲਾ ਜਾਂਦਾ। ਹੁਣ ਸਾਰਿਆਂ ਨੂੰ ਇੱਕ ਸਵਾਲ ਇਹ ਆ ਕਿ ਜਦੋਂ ਮਨ ਪਾਸੇ ਚਲਾ ਜਾਂਦਾ ਫਿਰ ਬਾਣੀ ਕੌਣ ਪੜ੍ਹ ਰਿਹਾ? ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹ ਰਹੇ ਹਾਂ, ਗੁਰਬਾਣੀ ਪੜ੍ਹਦੇ ਹਾਂ ਸਵਾਲ ਆਉਂਦਾ ਆ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਮਨ ਪਾਸੇ ਚਲਾ ਜਾਂਦਾ। ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਜਦੋਂ ਪਾਠ ਸ਼ੁਰੂ ਕੀਤਾ ਤਾਂ ਪੜ੍ਹ ਰਹੇ ਹਾਂ, ਲੇਕਿਨ ਫੁਰਨੇ ਆ ਰਹੇ ਵਿੱਚ। ਸ਼ਲੋਕ 'ਤੇ ਆਏ ਜਦੋਂ, ਉਸ ਵਕਤ ਕੀ ਹੋਇਆ ਕਿ ਮਨ ਆ ਗਿਆ ਵਾਪਸ। ਫਿਰ ਉਹ ਇੰਨਾ ਪਾਠ ਕੌਣ ਕਰ ਗਿਆ? ਇਹ ਆਪਾਂ ਤੁਸੀਂ ਹੁਣ ਵਿਚਾਰਿਓ ਆਪਣੇ ਅੰਦਰ, ਗੁਰਬਾਣੀ ਦੁਆਰਾ ਖੋਜਣਾ ਆ ਕਿ ਜਿਹੜਾ ਪਾਠ ਤਾਂ ਅਸੀਂ ਮਨ ਦੁਆਰਾ ਕਰ ਰਹੇ ਸੀ, ਲੇਕਿਨ ਮਨ ਪਾਸੇ ਫੁਰਨਿਆਂ ਚਲਾ ਗਿਆ। ਲੇਕਿਨ ਜਿੰਨੀ ਦੇਰ ਉਹ ਪਾਠ ਫਿਰ ਵੀ ਚੱਲੀ ਜਾ ਰਿਹਾ, ਉਹ ਜਿਹੜਾ ਪਾਠ ਚੱਲੀ ਜਾ ਰਿਹਾ, ਜੇ ਮਨ ਪੜ੍ਹ ਰਿਹਾ ਹੋਵੇ ਅਤੇ ਮਨ ਸੁਣੇ ਵੀ, ਹਾਜ਼ਰ ਵੀ ਹੋਵੇ, ਫੁਰਨਾ ਨਾ ਆਵੇ। ਹੁਣ ਇਹ ਦੱਸਣਾ ਆ, ਇਹ ਤੁਸੀਂ ਲੱਭਣਾ ਸਾਰਿਆਂ ਨੇ, ਖੋਜਣਾ ਆ ਗੁਰਬਾਣੀ ਵਿੱਚ ਕਿ ਜਿਹੜਾ ਉਹ ਪਾਠ ਉਹ ਕੌਣ ਕਰ ਗਿਆ ਇੰਨਾ। ਅਤੇ ਜੇ ਤਾਂ ਮਨ ਚੁੱਪ ਕਰ ਜੇ ਪਾਠ ਕਰਨੋਂ, ਫਿਰ ਪਾਠ ਵੀ ਬੰਦ ਹੋ ਜੇ, ਲੇਕਿਨ ਪਾਠ ਫਿਰ ਵੀ ਸਾਡਾ ਜਾਰੀ ਰਹਿੰਦਾ। ਫੁਰਨੇ ਵੀ ਆਈ ਜਾਂਦੇ, ਪਾਠ ਵੀ ਜਾਰੀ ਰਹਿੰਦਾ। ਪਰ ਉਹ ਪਾਠ ਜੇ ਫੁਰਨਿਆਂ 'ਚ ਮਨ ਚਲਾ ਗਿਆ, ਉਹ ਪਾਠ ਤੋਂ ਸੁਰਤੀ ਉੱਠ ਗਈ ਸਾਡੀ, ਪਰ ਉਹ ਪਾਠ ਕੌਣ ਕਰ ਰਿਹਾ ਹੈ? ਇਹ ਗੁਰਬਾਣੀ ਦੁਆਰਾ ਤੁਸੀਂ ਸਾਰਿਆਂ ਨੇ, ਆਪਾਂ ਸਾਰਿਆਂ ਨੇ ਖੋਜਣਾ ਆ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਆ ਕਿ ਉਹ ਪਾਠ ਕੌਣ ਕਰ ਰਿਹਾ, ਫਿਰ ਉੱਥੇ ਤੱਕ ਪਹੁੰਚਣਾ ਸਾਨੂੰ ਬਹੁਤ ਸੌਖਾ ਹੋ ਜਾਏਗਾ। ਇਵੇਂ ਹੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਜੇ ਥੋੜ੍ਹਾ ਪਾਠ ਉੱਚੀ ਕਰੋਗੇ ਨਾ, ਫਿਰ ਕੀ ਹੁੰਦਾ ਹੈ, ਆਪਣੇ ਆਪਣੇ ਮਨਾਂ ਦੀ ਸਾਰਿਆਂ ਦੀ ਅਵਸਥਾ ਆ ਕਿ ਜਿਹੜਾ ਮਨ ਉੱਚੀ ਪਾਠ ਕਰਦਾ, ਜਦੋਂ ਅਸੀਂ ਉੱਚੀ ਕੰਨਾਂ ਦੁਆਰਾ ਸੁਣ ਲਾ ਪੈਂਦੇ, ਫਿਰ ਸਾਡਾ ਮਨ ਪਾਸੇ ਨਹੀਂ ਜਾਂਦਾ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ, ਨਿਤਨੇਮ ਕਰ ਰਹੇ ਹਾਂ, ਜਦੋਂ ਅਸੀਂ ਉੱਚੀ ਬੋਲਦੇ ਹਾਂ, ਕਈਆਂ ਨਾਲ ਇਹੀ ਪ੍ਰੈਕਟੀਕਲ ਹੁੰਦਾ, ਉੱਚੀ ਬੋਲਿਆ ਫਿਰ ਉਹਨਾਂ ਦਾ ਧਿਆਨ ਪਾਸੇ ਨਹੀਂ ਜਾਂਦਾ। ਜਦੋਂ ਫਿਰ ਕੋਈ ਸਹਿਜ ਵਿੱਚ ਕਰਨ ਲੱਗ ਪੈਂਦੇ, ਫਿਰ ਧਿਆਨ ਪਾਸੇ ਚਲਾ ਜਾਂਦਾ। ਕਈਆਂ ਦਾ ਹੁੰਦਾ ਕਿ ਸਹਿਜ ਵਿੱਚ ਕਰਿਆ ਮਨ ਲੱਗਦਾ ਹੈ। ਇਹ ਆਪਣੇ ਆਪਣੇ ਮਨ ਦੀ ਅਵਸਥਾ ਹੁੰਦੀ। ਕੋਈ ਬੈਖਰੀ ਬਾਣੀ 'ਚ ਕਿਸੇ ਮਨ ਨੂੰ ਸ਼ਾਂਤੀ ਆਉਂਦੀ, ਕਿਸੇ ਨੂੰ ਮੱਧਮਾਂ 'ਚ, ਕੋਈ ਬਸੰਤੀ 'ਚ ਜਾ ਕੇ ਕੋਈ ਅੰਤਰਗਤੀ ਕਰਨਾ ਚਾਹੁੰਦਾ ਹੈ। ਇਹ ਮਨ ਦੀ ਅਵਸਥਾ ਆ। ਪਰ ਆਪਾਂ ਗੁਰਬਾਣੀ ਦੁਆਰਾ ਇਹ ਖੋਜਣਾ ਕਿ ਜਿਹੜਾ ਮਨ ਪਾਠ ਕਰਦਿਆਂ ਪਾਸੇ ਚਲਾ ਗਿਆ, ਪਾਠ ਹੋ ਰਿਹਾ, ਉਹ ਪਾਠ ਕੌਣ ਕਰ ਗਿਆ। ਸੋ ਵਾਹਿਗੁਰੂ ਕਿਰਪਾ ਕਰਨ, ਇੱਦਾਂ ਬਾਣੀ ਦੀ ਜਦੋਂ ਅਸੀਂ ਖੋਜ ਕਰੋਗੇ, ਫਿਰ ਦੇਖਿਓ ਕਿੰਨਾ ਆਨੰਦ ਆਉਂਦਾ, ਮਨ ਪਾਸੇ ਨਹੀਂ ਜਾਏਗਾ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ, ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੇ ਸੋ ਬਾਹਰ ਨਾ ਹੋਈ, ਖੋਜ ਬੂਝ ਜੋ ਕਰੇ ਵਿਚਾਰਾ, ਤੋ ਭਵਜਲ ਤਰਤ ਨ ਲਾਵੇ ਬਾਰਾ। ਕਿ ਜਿਹੜਾ ਮਹਾਰਾਜ ਕਹਿੰਦੇ ਖੋਜ ਦੇ ਵਿੱਚ ਪੈ ਜਾਊਗਾ, ਖੋਜ ਕੇ ਅਤੇ ਬੁੱਝ ਕੇ ਵਿਚਾਰ ਕਰਾਂਗੇ, ਫਿਰ ਸਾਡਾ ਮਨ ਭਵ ਸਾਗਰ ਨੂੰ ਪਾਰ ਕਰ ਜਾਏਗਾ, ਕੋਈ ਫੁਰਨਾ ਨਹੀਂ ਆਏਗਾ ਸਾਡੇ ਮਨ ਵਿੱਚ। ਅਤੇ ਮਹਾਰਾਜ ਕਹਿੰਦੇ ਜਿਹੜਾ ਖੋਜ ਕੇ ਅਤੇ ਬੁੱਝ ਕੇ ਵਿਚਾਰ ਕਰੇਗਾ, ਭਵਜਲ ਤਰਤ ਨ ਲਾਵੇਗਾ ਬਾਰਾ, ਕਿ ਉਹਨੂੰ ਪਲ ਵੀ ਨਹੀਂ ਲੱਗਣਾ ਭਵਜਲ ਤਰਨ ਲੱਗਿਆ। ਸੋ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਗੁਰੂ ਅਤੇ ਸੰਗਤ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।